ਹੈਲੋ ਸਟੂਡੈਂਟਸ, ਸਿਕਿਉਰ ਫਿਊਚਰ ਅਕੈਡਮੀ ਵਿੱਚ ਤੁਹਾਡਾ ਸਵਾਗਤ ਹੈ। ਮੇਰਾ ਨਾਮ ਰੋਹਿਤ ਕੁਮਾਰ। ਅੱਜ ਅਸੀਂ ਜਿਹੜਾ ਇੰਡੀਅਨ ਪੋਲਿਟੀ ਦੇ MCQ ਸੀਰੀਜ਼ 1 ਲੈ ਕੇ ਆਏ ਜੋ ਕਿ ਬਿਲਕੁਲ ਪੰਜਾਬੀ ਦੇ ਵਿੱਚ ਹੈ ਔਰ ਇਸ ਦੇ ਵਿੱਚ ਅਸੀਂ ਜਿਹੜੇ ਕੁਐਸਚਨਸ ਆ ਉਹਨਾਂ ਨੂੰ ਹੀ ਡਿਸਕਸ ਕਰਾਂਗੇ ਜੋ ਆਲਰੇਡੀ ਤੁਹਾਨੂੰ ਚੈਪਟਰ ਕਰਵਾ ਚੁੱਕੇ ਹਾਂ। ਤਾਂ 1 ਬਾਏ 1 ਅਸੀਂ ਇਸ ਕੁਐਸਚਨ ਦੇ ਆਨਸਰ ਕਰਦੇ ਹਾਂ। ਤਾਂ ਸਭ ਤੋਂ ਪਹਿਲਾਂ ਜਿਹੜਾ ਸਾਡੇ ਕੋਲ ਕੁਐਸਚਨ ਹੈ, ਭਾਰਤ ਦਾ ਸੰਵਿਧਾਨ ਇਹਨਾਂ ਵਿੱਚੋਂ ਕਿਸ ਦੁਆਰਾ ਤਿਆਰ ਕੀਤਾ ਗਿਆ ਸੀ। ਤਾਂ ਜਿਹੜਾ ਭਾਰਤ ਦਾ ਸੰਵਿਧਾਨ ਹੈ ਉਹ ਸੰਵਿਧਾਨ ਸਭਾ ਦੇ ਦੁਆਰਾ ਤਿਆਰ ਕੀਤਾ ਗਿਆ ਸੀਗਾ, ਜੋ ਕਿ 1946 ਦੇ ਵਿੱਚ ਕੈਬਨਿਟ ਮਿਸ਼ਨ ਆਇਆ ਸੀ ਉਸ ਦੇ ਆਧਾਰ 'ਤੇ। ਅਗਲਾ ਕੁਐਸਚਨ ਹੈ ਸਾਡੇ ਕੋਲ, ਭਾਰਤੀ ਸੰਵਿਧਾਨ ਨੂੰ ਕਿਸ ਦਿਨ ਅਪਣਾਇਆ ਗਿਆ ਸੀ। ਤਾਂ ਦੇਖੋ, ਜਿਸ ਦਿਨ ਸਾਡਾ ਸੰਵਿਧਾਨ ਤਿਆਰ ਹੋ ਗਿਆ ਸੀ ਉਸੇ ਦਿਨ ਹੀ ਅਸੀਂ ਇਸ ਨੂੰ ਅਪਣਾ ਲਿਆ ਸੀ, ਯਾਨੀ ਕਿ 26 ਨਵੰਬਰ 1949 ਨੂੰ। ਲੇਕਿਨ ਇਸ ਨੂੰ 2 ਮਹੀਨੇ ਬਾਅਦ ਲਾਗੂ ਜਿਹੜਾ ਕੀਤਾ ਸੀ ਉਹ 26 ਜਨਵਰੀ 1950 ਨੂੰ ਲਾਗੂ ਕੀਤਾ ਸੀ। ਅਤੇ ਦੋਨੇ ਕੁਐਸਚਨ ਧਿਆਨ ਰੱਖਣੇ ਕਿ ਅਪਣਾਇਆ ਕਿਸ ਦਿਨ ਸੀ, ਅਡੋਪਟ ਕਿਸ ਦਿਨ ਕੀਤਾ ਸੀ, 26 ਨਵੰਬਰ 1949, ਅਤੇ ਜਿਹੜਾ ਲਾਗੂ ਕਦੋਂ ਕੀਤਾ ਸੀ, 26 ਜਨਵਰੀ 1950। ਤੀਸਰਾ ਕੁਐਸਚਨ ਸਾਡੇ ਕੋਲ ਹੈ, ਭਾਰਤੀ ਸੰਵਿਧਾਨ ਕਿਸ ਦਿਨ ਲਾਗੂ ਹੋਇਆ। ਤਾਂ 26 ਜਨਵਰੀ 1950 ਨੂੰ ਲਾਗੂ ਹੋਇਆ ਸੀ ਸਾਡਾ ਸੰਵਿਧਾਨ। ਉਸ ਤੋਂ ਬਾਅਦ ਚੌਥਾ ਕੁਐਸਚਨ ਹੈ ਕਿ 26 ਜਨਵਰੀ ਨੂੰ ਸੰਵਿਧਾਨ ਦੇ ਉਦਘਾਟਨ ਦੀ ਮਿਤੀ ਵਜੋਂ ਕਿਉਂ ਚੁਣਿਆ ਗਿਆ। ਕਿਉਂਕਿ ਦੇਖੋ, ਜਦੋਂ ਬਾਣੀ 26 ਨਵੰਬਰ ਨੂੰ ਗਿਆ ਤਾਂ ਫਿਰ ਉਸ ਦਿਨ ਲਾਗੂ ਕਿਉਂ ਨਹੀਂ ਕੀਤਾ, 2 ਮਹੀਨੇ ਬਾਅਦ ਕਿਉਂ ਕੀਤਾ। ਤਾਂ ਇਹ ਕੁਐਸਚਨ ਪੁੱਛਿਆ ਗਿਆ ਕਿਉਂਕਿ ਕਾਂਗਰਸ ਦਾ ਹਰ ਸਾਲ ਸੈਸ਼ਨ ਹੁੰਦਾ ਸੀ, ਲੇਕਿਨ 1929 ਵਾਲਾ ਸੈਸ਼ਨ ਜਿਹੜਾ ਉਹ ਲਾਹੌਰ ਦੇ ਵਿੱਚ ਹੋਇਆ ਸੀ। ਪਹਿਲਾ ਕੁਐਸਚਨ ਆਮ ਪੁੱਛਦੇ ਹੁੰਦੇ ਆ ਕਿ ਕਿੱਥੇ ਹੋਇਆ ਸੀ, ਲਾਹੌਰ ਦੇ ਵਿੱਚ। ਇੱਕ ਕੁਐਸਚਨ ਹੋਰ ਪੁੱਛਦੇ ਹੁੰਦੇ ਕਿ ਉਸਦੀ ਪ੍ਰਧਾਨਗੀ ਕਿਸ ਨੇ ਕੀਤੀ ਸੀ, ਪੰਡਤ ਜਵਾਹਰ ਲਾਲ ਨਹਿਰੂ ਨੇ। ਕਈ ਵਾਰ ਕੁਐਸਚਨ ਇਹ ਪੁੱਛ ਲੈਂਦੇ ਕਿ ਕਿਸ ਨਦੀ ਦੇ ਕਿਨਾਰੇ ਹੋਏ ਸੀ 1929 ਦਾ ਸੈਸ਼ਨ ਕਾਂਗਰਸ ਦਾ, ਤਾਂ ਹੋਇਆ ਸੀ ਰਾਵੀ ਨਦੀ ਦੇ ਕਿਨਾਰੇ। ਇਹ ਸਾਰੇ ਕੁਐਸਚਨਸ ਇੰਪੋਰਟੈਂਟ ਹੈ। ਉਸ ਤੋਂ ਬਾਅਦ ਕੁਐਸਚਨ ਇੱਕ ਹੋਰ ਆਉਂਦਾ ਹੁੰਦਾ ਕਿ ਪੂਰਨ ਸਵਰਾਜ ਦਾ ਜਿਹੜਾ ਰੈਸੋਲੂਸ਼ਨ ਉਹ ਕਦੋਂ ਪਾਸ ਹੋਇਆ, 1929 ਦੇ ਕਾਂਗਰਸ ਸੰਮੇਲਨ ਦੇ ਵਿੱਚ। ਤਾਂ ਉਸ ਦਿਨ ਇੱਕ ਹੋਰ ਗੱਲ ਕਹੀ ਸੀ ਕਿ ਅਗਲੇ ਸਾਲ 1930 ਤੋਂ ਅਸੀਂ 26 ਜਨਵਰੀ ਨੂੰ ਆਜ਼ਾਦੀ ਦਿਵਸ ਮਨਾਵਾਂਗੇ। ਹਾਲਾਂਕਿ ਦੇਸ਼ ਆਜ਼ਾਦ ਨਹੀਂ ਹੋਇਆ ਸੀ, ਪਰ ਇਹਨਾਂ ਨੇ ਕਾਂਗਰਸ ਨੇ ਕਿਹਾ ਸੀ ਕਿ ਅਸੀਂ ਆਜ਼ਾਦੀ ਦਿਵਸ ਮਨਾਵਾ ਕਰਾਂਗੇ। ਤਾਂ ਅਗਲੇ ਸਾਲ ਤੋਂ ਹੀ ਜਿਹੜਾ ਆਜ਼ਾਦੀ ਦਿਵਸ ਇਹਨਾਂ ਨੇ ਮਨਾਉਣਾ ਸ਼ੁਰੂ ਕਰ ਦਿੱਤਾ ਸੀ। ਪਰ ਐਕਚੁਅਲ ਦੇ ਵਿੱਚ 15 ਅਗਸਤ 1947 ਨੂੰ ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਅਸਲੀ ਆਜ਼ਾਦੀ ਦਿਵਸ ਤਾਂ ਉਹੀ ਸੀ। ਫਿਰ ਦੋ ਆਜ਼ਾਦੀ ਦਿਵਸ ਕਿਉਂ ਮਨਾਈਏ, ਇਸ ਕਰਕੇ 26 ਜਨਵਰੀ ਦੀ ਯਾਦ ਦੇ ਵਿੱਚ ਉਸ ਦੇਸ਼ ਦਿਨ ਨੂੰ ਯਾਦ ਕਰਨ ਦੇ ਲਈ ਜਿਹੜਾ ਸੰਵਿਧਾਨ ਉਹ 2 ਮਹੀਨੇ ਲੇਟ ਯਾਨੀ ਕਿ 26 ਜਨਵਰੀ 1950 ਨੂੰ ਲਾਗੂ ਕੀਤਾ ਸੀ। ਇਸ ਕਰਕੇ ਇਸ ਦਾ ਅੰਤਰ ਸੀ ਕਾਂਗਰਸ ਨੇ ਇਸ ਨੂੰ 1930 ਸੁਤੰਤਰਤਾ ਦਿਵਸ ਵਜੋਂ ਮਨਾਇਆ ਸੀ। ਪੰਜਵਾਂ ਕੁਐਸਚਨ ਹੈ, ਭਾਰਤ ਦਾ ਸੰਵਿਧਾਨ ਦਿਵਸ ਕਦੋਂ ਮਨਾਇਆ ਜਾਂਦਾ ਹੈ। ਤਾਂ ਜਿਸ ਦਿਨ ਅਸੀਂ ਇਸ ਨੂੰ ਅਡੋਪਟ ਕੀਤਾ ਸੀ, ਯਾਨੀ ਕਿ 26 ਨਵੰਬਰ। ਆਨਸਰ ਹੈ ਡੀ। ਕਿਸ ਦੇਸ਼ ਦਾ ਸੰਵਿਧਾਨ ਸੰਸਾਰ ਦੇ ਕਿਸੇ ਵੀ ਪ੍ਰਭੂ ਸੱਤਾ ਦੇਸ਼ ਦਾ ਸਭ ਤੋਂ ਲੰਬਾ ਲਿਖਤੀ ਸੰਵਿਧਾਨ ਹੈ। ਤਾਂ ਕਿਸ ਦੇਸ਼ ਦਾ, ਸਾਡੇ ਦੇਸ਼ ਦਾ, ਯਾਨੀ ਕਿ ਭਾਰਤ ਦਾ ਸੰਵਿਧਾਨ ਜਿਹੜਾ ਸਭ ਤੋਂ ਲੰਬਾ ਹੈ, ਕਿਉਂਕਿ ਭਾਰਤ ਦੇ ਵਿੱਚ ਰਾਜਾਂ ਬਾਰੇ ਵੀ ਸਾਰਾ ਕੁਛ ਜਿਹੜਾ ਲਿਖਿਆ ਗਿਆ ਔਰ ਕਈ ਦੇਸ਼ਾਂ ਤੋਂ ਉਧਾਰ ਵੀ ਲਿਆ ਗਿਆ। ਹਰ ਦੇਸ਼ ਦੀ ਕੋਈ ਨਾ ਕੋਈ ਕੁਆਲਿਟੀਜ਼ ਅਸੀਂ ਲਿਖੀ ਹੋਈ ਹੈ, ਇਸ ਕਰਕੇ ਵੀ ਜਿਹੜਾ ਸਾਡਾ ਦੇਸ਼ ਦਾ ਸੰਵਿਧਾਨ ਉਹ ਲੰਬਾ ਬਣ ਚੁੱਕਿਆ। ਅਗਲਾ ਕੁਐਸਚਨ ਹੈ, ਸੰਵਿਧਾਨ ਬਣਾਉਣ ਵਾਲਾ ਪਹਿਲਾ ਦੇਸ਼ ਕਿਹੜਾ ਸੀ। ਤਾਂ ਉਹ ਸੀਗਾ ਜੀ ਅਮਰੀਕਾ। ਸੰਵਿਧਾਨ ਬਣਾਉਣ ਵਾਲਾ ਜਿਹੜਾ ਪਹਿਲਾ ਦੇਸ਼ ਸੀ ਉਹ ਅਮਰੀਕਾ ਸੀ। ਅਗਰ ਇੰਗਲੈਂਡ ਦੀ ਗੱਲ ਕਰੀਏ ਤਾਂ ਇੱਥੇ ਸੰਵਿਧਾਨ ਲਿਖਤੀ ਨਹੀਂ ਹੈ, ਤਾਂ ਆਨਸਰ ਸਾਡਾ ਸੀ। ਅਗਲਾ ਕੁਐਸਚਨ ਹੈ, ਡਰਾਫਟਿੰਗ ਕਮੇਟੀ ਯਾਨੀ ਕਿ ਮਸੌਦਾ ਕਮੇਟੀ ਨੇ ਭਾਰਤੀ ਸੰਵਿਧਾਨ ਕਿਸ ਭਾਸ਼ਾ ਵਿੱਚ ਲਿਖਿਆ ਸੀ। ਤਾਂ ਮਸੌਦਾ ਕਮੇਟੀ ਯਾਨੀ ਕਿ ਡਰਾਫਟਿੰਗ ਕਮੇਟੀ ਨੇ ਜਿਹੜਾ ਉਪ ਸੰਵਿਧਾਨ ਸਿਰਫ ਅਤੇ ਸਿਰਫ ਅੰਗਰੇਜ਼ੀ ਦੇ ਵਿੱਚ ਲਿਖਿਆ ਸੀ, ਬਾਅਦ ਵਿੱਚ ਇਸ ਨੂੰ ਹਿੰਦੀ ਦੇ ਵਿੱਚ ਵੀ ਟਰਾਂਸਲੇਟ ਕੀਤਾ ਸੀ। ਤਾਂ ਇਹਦਾ ਆਨਸਰ ਹੈ ਜੀ ਬੀ। ਸਰਕਾਰ ਦਾ ਏਕਾਤਮਕ ਰੂਪ ਵਿੱਚ ਸਾਰੀਆਂ ਸ਼ਕਤੀਆਂ ਕਿਸ ਦੇ ਹੱਥਾਂ ਵਿੱਚ ਕੇਂਦਰਿਤ ਹੁੰਦੀ ਹੈ। ਦੇਖੋ, ਏਕਾਤਮਕ ਸਰਕਾਰ ਉਹ ਹੁੰਦੀ ਹੈ ਜਿੱਥੇ ਸਾਰੀਆਂ ਸ਼ਕਤੀਆਂ ਕਿਹਦੇ ਹੱਥ ਵਿੱਚ ਹੁੰਦੀ ਹੈ, ਕੇਂਦਰ ਦੇ ਕੋਲ, ਯਾਨੀ ਕਿ ਕੇਂਦਰੀ ਸਰਕਾਰ। ਤਾਂ ਸਰਕਾਰ ਦੇ ਏਕਾਤਮਕ ਰੂਪ ਵਿੱਚ ਸਾਰੀਆਂ ਸ਼ਕਤੀਆਂ ਕਿਸ ਦੇ ਹੱਥਾਂ ਵਿੱਚ ਕੇਂਦਰਿਤ ਹੁੰਦੀਆਂ, ਕੇਂਦਰ ਸਰਕਾਰ ਦੇ ਕੋਲ। ਕਿਉਂਕਿ ਏਕਾਤਮਕ ਸਰਕਾਰ ਦੇ ਵਿੱਚ ਸਿਰਫ ਕੇਂਦਰ ਸਰਕਾਰ ਹੀ ਹੁੰਦੀ ਹੈ, ਰਾਜ ਸਰਕਾਰ ਨਹੀਂ ਹੁੰਦੀ ਹੈ। ਅਗਲਾ ਕੁਐਸਚਨ ਹੈ, ਦੋ ਸਦਨੀ ਪ੍ਰਣਾਲੀ ਦੀ ਸਰਕਾਰ ਹੇਠ ਦਿੱਤੇ ਰੂਪਾਂ ਵਿੱਚੋਂ ਕਿਸ ਦੀ ਵਿਸ਼ੇਸ਼ਤਾ ਹੈ। ਦੇਖੋ, ਦੋ ਸਦਨੀ ਤੋਂ ਇਹ ਨਾ ਸਮਝ ਲਓ ਕਿ ਸੰਸਦੀ ਪ੍ਰਣਾਲੀ, ਕਿਉਂਕਿ ਸਦਨ ਲਿਖਿਆ ਤਾਂ ਸੰਸਦੀ ਪ੍ਰਣਾਲੀ ਨਹੀਂ। ਦੋ ਸਦਨ, ਦੇਖੋ ਦੋ ਸਦਨ ਦਾ ਮਤਲਬ ਦੋ ਸਦਨ ਹੋਣਗੇ। ਜਿਵੇਂ ਆਪਣੇ ਭਾਰਤ ਦੇ ਵਿੱਚ ਹੈ ਲੋਕ ਸਭਾ ਅਤੇ ਰਾਜ ਸਭਾ। ਹੁਣ ਲੋਕ ਸਭਾ ਤਾਂ ਠੀਕ ਹੈ, ਪੂਰੇ ਭਾਰਤ ਦੇ ਲੋਕ ਲੋਕ ਸਭਾ ਦੇ ਮੈਂਬਰਾਂ ਨੂੰ ਚੁਣਦੇ ਆ। ਫਿਰ ਰਾਜ ਸਭਾ ਦੇ ਮੈਂਬਰ ਕਿੱਥੋਂ ਆਉਂਦੇ ਆ, ਰਾਜਾਂ ਦੀਆਂ ਵਿਧਾਨ ਸਭਾ। ਹੁਣ ਦੇਖੋ, ਇਹਦਾ ਮਤਲਬ ਇਹ ਹੈ ਕਿ ਜਿਹੜਾ ਦੂਸਰਾ ਸਦਨ ਹੈ ਉਸ ਨੂੰ ਰੀਪ੍ਰਜੈਂਟ ਕੌਣ ਕਰੇਗਾ, ਰਾਜ ਸਭਾ। ਰਾਜ ਸਭਾ ਦੇ ਮੈਂਬਰਾਂ ਦੇ ਜਿਹੜੇ ਮੈਂਬਰ ਹੁੰਦੇ ਆ ਉਹ ਕਿਸ ਨੂੰ ਰੀਪ੍ਰਜੈਂਟ ਕਰਦੇ ਆ, ਸਟੇਟਸ ਨੂੰ, ਕਿਉਂਕਿ ਉਹ ਰਾਜਾਂ ਦੀ ਵਿਧਾਨ ਸਭਾ ਦੇ ਦੁਆਰਾ ਚੁਣੇ ਜਾਂਦੇ ਆ। ਤਾਂ ਸੰਘੀ ਪ੍ਰਣਾਲੀ ਦੀ ਬਣੂਗਾ ਇਸ ਦਾ ਆਨਸਰ ਬਣੂਗਾ ਸੰਘੀ ਪ੍ਰਣਾਲੀ। ਕਿਉਂ, ਕਿਉਂਕਿ ਜਿੱਥੇ ਸੰਘੀ ਪ੍ਰਣਾਲੀ ਹੋਏਗੀ ਉੱਥੇ ਦੋ ਸਦਨ ਹੋਣਗੇ। ਇੱਕ ਨੂੰ ਤਾਂ ਪੂਰੇ ਭਾਰਤ ਦੇ ਲੋਕ ਚੁਣਨਗੇ ਅਤੇ ਦੂਸਰੇ ਇਹ ਜਿਹੜੀ ਸੰਘੀ ਪ੍ਰਣਾਲੀ ਦੀ ਜਿਹੜੀਆਂ ਰਾਜਾਂ ਹੁੰਦੀਆਂ ਉਹ ਉਸ ਦੀ ਨੁਮਾਇੰਦਗੀ ਕਰਨਗੇ, ਰਾਜ ਸਭਾ। ਠੀਕ ਹੈ, ਇਸ ਲਈ ਦੋ ਸਦਨੀ ਪ੍ਰਣਾਲੀ ਦੀ ਸਰਕਾਰ ਇਹਨਾਂ ਵਿੱਚੋਂ ਕਿਸ ਦੀ ਵਿਸ਼ੇਸ਼ਤਾ ਹੈ, ਸੰਘੀ ਪ੍ਰਣਾਲੀ ਦੀ ਵਿਸ਼ੇਸ਼ਤਾ। ਸੰਵਿਧਾਨ ਦੇ ਵਿੱਚ ਇੰਡੀਆ ਦਾ ਵਰਣਨ ਕਿਸ ਰੂਪ ਵਿੱਚ ਕੀਤਾ ਗਿਆ। ਤਾਂ ਉੱਥੇ ਜਿਹੜਾ ਵਰਣਨ ਕੀਤਾ ਗਿਆ ਆਰਟੀਕਲ 1 ਦੇ ਵਿੱਚ, ਸੰਵਿਧਾਨ ਦੇ ਆਰਟੀਕਲ 1 ਦੇ ਵਿੱਚ, ਉਹ ਹੈ ਰਾਜਾਂ ਦਾ ਸਮੂਹ।
ਇੱਕ ਹੈ ਰਾਜਾਂ ਅਤੇ ਪ੍ਰਦੇਸ਼ਾਂ ਦਾ ਸੰਘ। ਇਹ ਆਨਸਰ ਨਹੀਂ ਹੈ, ਕਿਉਂਕਿ ਹਾਲਾਂਕਿ ਦੇਖਣ ਦੇ ਵਿੱਚ ਸੇਮ ਲੱਗਦੇ ਆ ਰਾਜਾਂ ਅਤੇ ਪ੍ਰਦੇਸ਼ਾਂ ਦੇ ਜਿਵੇਂ ਸੰਘ, ਪਰ ਆਨਸਰ ਇਹ ਕਿਉਂ ਨਹੀਂ ਸਹੀ ਹੈ, ਕਿਉਂਕਿ ਇਸ ਦਾ ਮਤਲਬ ਹੁੰਦਾ ਹੈ ਵੀ ਜਿੱਥੇ ਰਾਜਾਂ ਨੇ ਆਪਸ 'ਚ ਸਮਝੌਤਾ ਕਰਕੇ ਇੱਕ ਦੇਸ਼ ਬਣਾਇਆ ਹੋਵੇ, ਤਾਂ ਇਸ ਦਾ ਮਤਲਬ ਨਾਲ ਇਹ ਵੀ ਗੱਲ ਹੁੰਦੀ ਹੈ ਕਿ ਉਹ ਅਲੱਗ ਵੀ ਹੋ ਕੇ ਅੱਡ ਦੇਸ਼ ਵੀ ਬਣ ਸਕਦੇ, ਯਾਨੀ ਕਿ ਰਾਜਾਂ ਅਤੇ ਪ੍ਰਦੇਸ਼ਾਂ ਦੇ ਸੰਘ ਵਾਲੇ ਸਿਸਟਮ ਦੇ ਵਿੱਚ ਕੀ ਹੁੰਦਾ ਹੈ, ਰਾਜ ਸਰਕਾਰ ਰਾਜ ਜਿਹੜਾ ਹੈਗਾ ਉਹ ਕਦੇ ਵੀ ਵੱਖਰਾ ਦੇਸ਼ ਬਣ ਸਕਦਾ ਹੈ, ਪਰ ਭਾਰਤ ਦੇ ਵਿੱਚ ਅਜਿਹਾ ਨਹੀਂ ਹੈ। ਰਾਜ ਕੋਈ ਵੀ ਵੱਖਰਾ ਦੇਸ਼ ਨਹੀਂ ਬਣ ਸਕਦੇ, ਕਿਉਂਕਿ ਜਿਵੇਂ ਅਮਰੀਕਾ ਹੈ, ਅਮਰੀਕਾ ਦੇ ਵਿੱਚ ਸਾਰੇ ਰਾਜਾਂ ਨੇ ਸਮਝੌਤਾ ਕਰਕੇ ਇੱਕ ਦੇਸ਼ ਬਣਾਇਆ, ਠੀਕ ਹੈ, ਪਰ ਭਾਰਤ ਦੇ ਵਿੱਚ ਕੀ ਹੈ, ਸਿਰਫ ਪ੍ਰਸ਼ਾਸਨ ਨੂੰ ਸੌਖਾ ਕਰਨ ਦੇ ਲਈ ਜਿਹੜੇ ਰਾਜ ਬਣਾਏ ਹੈ ਅਤੇ ਉਸ ਨੂੰ ਪਾਵਰਾਂ ਵੀ ਦਿੱਤੀਆਂ। ਤਾਂ ਇਸ ਕਰਕੇ ਸੰਵਿਧਾਨ ਵਿੱਚ ਇੰਡੀਆ ਦਾ ਵਰਣਨ ਕਿਸ ਰੂਪ ਵਿੱਚ ਕੀਤਾ ਗਿਆ, ਰਾਜਾਂ ਦਾ ਸਮੂਹ। ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ, ਧਿਆਨ ਰੱਖਣਾ ਜੀ। ਅਗਰ ਕੁਐਸਚਨ ਆਨਸਰ ਇਹ ਹੋਵੇ ਕਿ ਰਾਜਾਂ ਦਾ ਸੰਘ, ਤਾਂ ਵੀ ਗਲਤ ਹੈ, ਤਾਂ ਵੀ ਕੀ ਆਊਗਾ, ਰਾਜਾਂ ਦਾ ਸਮੂਹ ਆਊਗਾ, ਇਹ ਵੀ ਧਿਆਨ ਰੱਖਣਾ। ਹੇਠ ਦਿੱਤੇ ਵਿੱਚੋਂ ਕਿਹੜਾ ਭਾਰਤੀ ਸੰਵਿਧਾਨ ਦੀ ਵਿਸ਼ੇਸ਼ਤਾ ਨਹੀਂ ਹੈ? ਦੇਖੋ, ਸਰਕਾਰ ਦਾ ਸੰਸਦੀ ਰੂਪ ਬਿਲਕੁਲ ਹੈਗਾ, ਔਰ ਸੰਸਦੀ ਰੂਪ ਕਿੱਥੋਂ ਲਿਆ ਸੀ, ਇੰਗਲੈਂਡ ਤੋਂ ਲਿਆ। ਨਿਆਂਪਾਲਿਕਾ ਦੀ ਸੁਤੰਤਰਤਾ ਬਿਲਕੁਲ ਸਾਡੇ ਨਿਆਂਪਾਲਿਕਾ ਸੁਤੰਤਰ ਹੈ। ਪ੍ਰਧਾਨਾਤਮਕ ਸਰਕਾਰ, ਇਹ ਆਨਸਰ ਹੈ, ਕਿਉਂਕਿ ਪ੍ਰਧਾਨਾਤਮਕ ਸਰਕਾਰ ਸਾਡੇ ਨਹੀਂ ਪਾਈ ਜਾਂਦੀ। ਦੇਖੋ, ਇੱਕ ਹੁੰਦੀ ਹੈ ਸੰਸਦੀ ਸਰਕਾਰ, ਇੱਕ ਹੁੰਦੀ ਹੈ ਪ੍ਰਧਾਨਾਤਮਕ ਸਰਕਾਰ, ਦੋਨਾਂ 'ਚ ਫਰਕ ਕੀ ਹੈ? ਜਿੱਥੇ ਕਾਰਜਪਾਲਿਕਾ ਵਿਧਾਨਪਾਲਿਕਾ ਦੇ ਸਾਹਮਣੇ ਜ਼ਿੰਮੇਵਾਰ ਹੋਵੇ ਉਸ ਨੂੰ ਬੋਲਦੇ ਸੰਸਦੀ ਸਰਕਾਰ, ਜਿੱਥੇ ਕਾਰਜਪਾਲਿਕਾ ਵਿਧਾਨਪਾਲਿਕਾ ਦੇ ਸਾਹਮਣੇ ਜ਼ਿੰਮੇਵਾਰ ਨਾ ਹੋਵੇ ਉਸ ਨੂੰ ਬੋਲਦੇ ਪ੍ਰਧਾਨਾਤਮਕ ਸਰਕਾਰ। ਪਰ ਸਾਡੇ ਦੇਸ਼ ਵਿੱਚ ਜਿਹੜੀ ਕਾਰਜਪਾਲਿਕਾ ਉਹ ਵਿਧਾਨਪਾਲਿਕਾ ਦੇ ਸਾਹਮਣੇ ਜ਼ਿੰਮੇਵਾਰ ਹੈਗੀ ਹੈ ਸੰਸਦ ਦੇ ਪ੍ਰਤੀ। ਸੰਸਦ, ਕਿਉਂਕਿ ਸਾਡੀ ਸੰਸਦ ਕੀ ਹੈ, ਉਹ ਵਿਧਾਨਪਾਲਿਕਾ ਹੈ, ਕਿਉਂਕਿ ਵਿੱਚ ਲੋਕ ਸਭਾ ਰਾਜ ਸਭਾ ਦੇ ਮੈਂਬਰ ਔਰ ਉਹ ਕਾਨੂੰਨ ਬਣਾਉਂਦੀ ਹੈ, ਠੀਕ ਹੈ। ਔਰ ਕਾਰਜਪਾਲਿਕਾ ਦੇ ਮੈਂਬਰ ਕੌਣ ਹੁੰਦੇ ਆ? ਸਾਰੇ ਮੰਤਰੀ ਜਿਹੜੇ ਹੈਗੇ ਸੈਂਟਰਲ ਗੌਰਮੈਂਟ ਦੇ, ਉਹ ਕਾਰਜਪਾਲਿਕਾ ਦੇ ਮੈਂਬਰ ਹੋ ਗਏ, ਯਾਨੀ ਕਿ ਸਾਰੇ ਮੰਤਰੀ ਸੰਸਦ ਦੇ ਪ੍ਰਤੀ ਜ਼ਿੰਮੇਵਾਰ ਹੈ, ਖਾਸ ਕਰਕੇ ਲੋਕ ਸਭਾ ਦੇ। ਇਸ ਕਰਕੇ ਸਾਡੇ ਦੇਸ਼ ਦੇ ਵਿੱਚ ਸਰਕਾਰ ਦਾ ਸੰਸਦੀ ਰੂਪ ਪਾਇਆ ਜਾਂਦਾ ਹੈ। ਅਮਰੀਕਾ ਦੇ ਵਿੱਚ ਕੀ ਹੈ, ਪ੍ਰਧਾਨਾਤਮਕ ਸਰਕਾਰ, ਉੱਥੇ ਕਾਰਜਪਾਲਿਕਾ ਵਿਧਾਨਪਾਲਿਕਾ ਦੇ ਸਾਹਮਣੇ ਜ਼ਿੰਮੇਵਾਰ ਨਹੀਂ ਹੁੰਦੀ। ਤਾਂ ਬਸ ਭਾਰਤੀ ਸੰਵਿਧਾਨ ਦੇ ਵਿੱਚ ਕਿਹੜੀ ਵਿਸ਼ੇਸ਼ਤਾ ਨਹੀਂ ਹੈ? ਪ੍ਰਧਾਨਾਤਮਕ ਸਰਕਾਰ ਵਾਲੀ। ਅਗਲਾ ਕੁਐਸਚਨ ਹੈ ਜੀ ਕਿ ਭਾਰਤੀ ਸੰਵਿਧਾਨ ਵਿੱਚ ਆਰਟੀਕਲ 14 ਕਾਨੂੰਨ ਸਾਹਮਣੇ ਬਰਾਬਰਤਾ, ਯਾਨੀ ਕਿ ਇਕੁਐਲਿਟੀ ਬਿਫੋਰ ਲਾਅ ਸ਼ਬਦ ਕਿਸ ਦੇਸ਼ ਤੋਂ ਲਿਆ ਗਿਆ ਹੈ? ਇਕੁਐਲਿਟੀ ਬਿਫੋਰ ਲਾਅ ਜਿਹੜਾ ਹੈਗਾ ਉਹ ਅਸੀਂ ਲਿਆ ਬ੍ਰਿਟੇਨ ਤੋਂ। ਇੱਕ ਕੁਐਸਚਨ ਹੋਰ ਆਉਂਦਾ, ਇਕੁਐਲਿਟੀ ਬਿਫੋਰ ਲਾਅ ਐਂਡ ਇਕੁਅਲ ਪ੍ਰੋਟੈਕਸ਼ਨ ਆਫ ਲਾਅ, ਉਹ ਅਸੀਂ ਲਿਆ USA ਤੋਂ। ਤਾਂ ਜਾਣੀ ਕਿ ਆਰਟੀਕਲ 14 ਅਸਲ 'ਚ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ, ਕਾਨੂੰਨ ਦੇ ਸਾਹਮਣੇ ਬਰਾਬਰਤਾ ਅਤੇ ਕਾਨੂੰਨ ਦੇ ਸਾਹਮਣੇ ਜਿਹੜਾ ਹੈਗਾ ਪ੍ਰੋਟੈਕਸ਼ਨ, ਯਾਨੀ ਕਿ ਇਕੁਅਲ ਪ੍ਰੋਟੈਕਸ਼ਨ। ਤੇ ਦੋ ਵਰਡ ਹੈ, ਇਕੁਅਲ ਪ੍ਰੋਟੈਕਸ਼ਨ ਵਾਲਾ ਅਸੀਂ USA ਤੋਂ ਲਿਆ, ਲੇਕਿਨ ਇਕੁਐਲਿਟੀ ਬਿਫੋਰ ਲਾਅ ਅਸੀਂ ਜਿਹੜਾ ਉਹ ਬ੍ਰਿਟੇਨ ਤੋਂ ਲਿਆ। ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ 14 ਨੰਬਰ ਕੁਐਸਚਨ ਦੀ। ਪ੍ਰਧਾਨਾਤਮਕ ਸਰਕਾਰ, ਯਾਨੀ ਕਿ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਗਵਰਨਮੈਂਟ, ਸਰਕਾਰ ਜਿਹੜੀ ਹੈਗੀ ਹੈ ਇਹਨਾਂ ਸਿਧਾਂਤਾਂ 'ਤੇ ਕੰਮ ਕਰਦੀ ਹੈ। ਕਿੰਨਾਂ ਸਿਧਾਂਤਾਂ 'ਤੇ ਕੰਮ ਕਰਦੀ ਹੈ? ਕੇਂਦਰ ਅਤੇ ਰਾਜਾਂ ਵਿਚਕਾਰ ਸ਼ਕਤੀਆਂ ਦੀ ਵੰਡ ਨਹੀਂ, ਇਸ ਦਾ ਮਤਲਬ ਤਾਂ ਹੈਗਾ ਫੈਡਰਲ ਸਿਸਟਮ, ਯਾਨੀ ਕਿ ਸੰਘੀ ਸਿਸਟਮ, ਸੰਘੀ ਪ੍ਰਣਾਲੀ ਦੀ ਸਰਕਾਰ। ਸ਼ਕਤੀਆਂ ਦਾ ਕੇਂਦਰੀਕਰਨ, ਇਹਦਾ ਮਤਲਬ ਤਾਂ ਹੁੰਦਾ ਇਕਾਤਮਕ ਸਰਕਾਰ, ਕਿਉਂਕਿ ਇੱਕ ਜਣੇ ਕੋਲ ਹੀ ਪਾਵਰ ਹੁੰਦੀ ਹੈ, ਯਾਨੀ ਕਿ ਕੇਂਦਰ ਕੋਲੇ ਪਾਵਰ ਹੁੰਦੀ ਹੈ। ਸ਼ਕਤੀਆਂ ਦਾ ਸੰਤੁਲਨ, ਯਾਨੀ ਕਿ ਬਰਾਬਰ ਸ਼ਕਤੀਆਂ ਵੰਡਣ ਦੀ, ਇਹ ਵੀ ਤਾਂ ਫੈਡਰਲ ਸਿਸਟਮ ਦਾ, ਇਹ ਤਾਂ ਦੋਨੋਂ ਇੱਕੋ ਜਿਹੀਆਂ ਗੱਲਾਂ ਹੋ ਗਈਆਂ। ਉਸ ਤੋਂ ਬਾਅਦ ਸ਼ਕਤੀਆਂ ਦਾ ਵੱਖ ਹੋਣਾ, ਬਿਲਕੁਲ, ਕਿਉਂਕਿ ਕਾਰਜਪਾਲਿਕਾ ਦੀਆਂ ਸ਼ਕਤੀਆਂ ਜਿਹੜੀਆਂ ਹੈਗੀਆਂ ਉਹ ਵੱਖਰੀਆਂ, ਵਿਧਾਨਪਾਲਿਕਾ ਦੀਆਂ ਸ਼ਕਤੀਆਂ ਵੱਖਰੀਆਂ, ਕਿਉਂਕਿ ਕਾਰਜਪਾਲਿਕਾ ਵਿਧਾਨਪਾਲਿਕਾ ਦੇ ਸਾਹਮਣੇ ਜ਼ਿੰਮੇਵਾਰ ਨਹੀਂ ਹੁੰਦੀ। ਤਾਂ ਇਸ ਦਾ ਆਨਸਰ ਹੈ ਜੀ D। 15 ਨੰਬਰ ਕੁਐਸਚਨ ਹੈ, ਸੰਘੀ ਸਰਕਾਰ ਵਿੱਚ ਰਾਜਾਂ ਨੂੰ ਸ਼ਕਤੀਆਂ ਕਿੱਥੋਂ ਮਿਲਦੀਆਂ? ਦੇਖੋ, ਰਾਜਾਂ ਨੂੰ ਸ਼ਕਤੀਆਂ ਕਿੱਥੋਂ ਮਿਲਦੀਆਂ? ਸੰਵਿਧਾਨ ਦੇ ਦੁਆਰਾ ਦਿੱਤੀ ਜਾਂਦੀ ਹੈ, ਕਿਉਂਕਿ ਰਾਜ ਜਿਹੜੇ ਹੈਗੇ ਆ ਉਹ ਸੰਵਿਧਾਨ ਦੇ ਅਨੁਸਾਰ ਹੀ ਸ਼ਕਤੀਆਂ ਵਰਤਦੇ ਆ। ਤਾਂ ਇਸ ਕਰਕੇ ਇਸ ਦਾ ਆਨਸਰ ਹੈ C। 16 ਨੰਬਰ ਕੁਐਸਚਨ ਹੈ ਕਿ ਭਾਰਤੀ ਸੰਵਿਧਾਨ ਦੇ ਮੌਲਿਕ ਅਧਿਕਾਰਾਂ ਨੂੰ ਹੇਠ ਲਿਖੇ ਵਿੱਚੋਂ ਕਿਸ ਦੇਸ਼ ਤੋਂ ਅਪਣਾਇਆ ਗਿਆ? ਤਾਂ ਮੌਲਿਕ ਅਧਿਕਾਰਾਂ ਨੂੰ ਅਸੀਂ ਜਿਹੜਾ ਹੈਗਾ ਉਹ ਅਮਰੀਕਾ ਤੋਂ ਲਿਆ। ਅਮਰੀਕਾ ਤੋਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਲਈਆਂ, ਜਿਵੇਂ ਕਿ ਜੁਡੀਸ਼ੀਅਲ ਰਿਵਿਊ। ਉਸ ਤੋਂ ਬਾਅਦ ਭਾਰਤ ਦੇ ਵਿੱਚ ਇਕਹਿਰੀ ਨਾਗਰਿਕਤਾ ਨੂੰ ਕਿਸ ਦੇਸ਼ ਤੋਂ ਅਪਣਾਇਆ ਗਿਆ? ਇਕਹਿਰੀ ਨਾਗਰਿਕਤਾ, ਦੇਖੋ ਇਕਹਿਰੀ ਨਾਗਰਿਕਤਾ ਮਤਲਬ ਅਸੀਂ ਭਾਰਤ ਦੇ ਹੀ ਨਾਗਰਿਕ ਹਾਂ, ਨਾ ਕਿ ਪੰਜਾਬ ਦੇ, ਹਰਿਆਣਾ ਦੇ, ਰਾਜਸਥਾਨ ਦੇ, ਕਿਉਂਕਿ ਸਾਨੂੰ ਇਕਹਿਰੀ ਨਾਗਰਿਕਤਾ ਦਿੱਤੀ ਗਈ ਹੈ। ਤਾਂ ਇਹ ਜਿਹੜਾ ਸਿਸਟਮ ਅਸੀਂ ਇੰਗਲੈਂਡ ਤੋਂ ਅਪਣਾਇਆ, ਕਿਉਂਕਿ ਇੰਗਲੈਂਡ ਦੇ ਵਿੱਚ ਇਕਹਿਰੀ ਨਾਗਰਿਕਤਾ ਹੈ। ਅਗਰ ਅਮਰੀਕਾ ਦੀ ਗੱਲ ਕਰੀਏ ਤਾਂ ਉੱਥੇ ਦੋਹਰੀ ਨਾਗਰਿਕਤਾ, ਰਾਜਾਂ ਦੀ ਨਾਗਰਿਕਤਾ ਅਲੱਗ ਹੁੰਦੀ ਹੈ, ਜਿਵੇਂ ਮੰਨ ਲਓ ਕੈਲੀਫੋਰਨੀਆ ਦਾ ਅਲੱਗ ਨਾਗਰਿਕਤਾ ਅਤੇ USA ਦੀ ਨਾਗਰਿਕਤਾ ਅਲੱਗ ਹੈ। ਉਸ ਤੋਂ ਬਾਅਦ ਅਗਰ ਅਸੀਂ ਗੱਲ ਕਰੀਏ ਅਗਲੇ ਕੁਐਸਚਨ ਦੀ, ਤਾਂ ਭਾਰਤ ਨੇ ਮਜ਼ਬੂਤ ਕੇਂਦਰ ਵਾਲੀ ਸੰਘੀ ਪ੍ਰਣਾਲੀ ਕਿੱਥੋਂ ਅਪਣਾਈ ਹੈ? ਭਾਰਤ ਨੇ ਮਜ਼ਬੂਤ ਕੇਂਦਰ ਵਾਲੀ ਸੰਘੀ ਪ੍ਰਣਾਲੀ, ਦੇਖੋ ਜੀ ਅਸੀਂ ਕੈਨੇਡਾ ਤੋਂ ਬਣਾਈ ਹੈ, ਕਿਉਂਕਿ ਕੈਨੇਡਾ ਦੇ ਵਿੱਚ ਵੀ ਸੈਂਟਰ ਜਿਹੜਾ ਉਹ ਸਟੇਟ ਨਾਲੋਂ ਸਟਰੋਂਗ ਹੈ। ਕਈ ਕਾਰਨਾਂ ਕਰਕੇ ਸਾਡਾ ਕੇਂਦਰ ਮਜ਼ਬੂਤ ਹੈ, ਜਿਵੇਂ ਪਹਿਲਾ ਕਿ ਜਿਹੜੀ ਸਮਵਰਤੀ ਸੂਚੀ ਹੈ ਉਹਦੇ ਵਿੱਚ ਅਸੀਂ ਦੇਖਿਆ ਕਿ ਦੋਨੋਂ ਹੀ ਕਾਨੂੰਨ ਬਣਾ ਸਕਦੇ ਆ, ਰਾਜ ਸਰਕਾਰਾਂ ਵੀ ਅਤੇ ਕੇਂਦਰ ਸਰਕਾਰ ਵੀ। ਪਰ ਅਗਰ ਉੱਥੇ ਥੋੜ੍ਹਾ ਡਿਸਪਿਊਟ ਹੋ ਜਾਏ ਤਾਂ ਕਿਸ ਦੀ ਮੰਨਦੇ ਆ? ਸੈਂਟਰ ਸਰਕਾਰ ਦੀ ਜ਼ਿਆਦਾ ਚੱਲਦੀ ਹੈ। ਉਸ ਤੋਂ ਬਾਅਦ ਇੱਕ ਹੁੰਦੀ ਹੈ ਰੈਜ਼ੀਡਿਊਰੀ ਪਾਵਰ,
ਰੈਜ਼ੀਡਿਊਰੀ ਜਿਹੜੀ ਪਾਵਰ ਹੁੰਦੀ ਹੈ ਉਹਦੀ ਬਚੀਆਂ ਖੁਚੀਆਂ ਸ਼ਕਤੀਆਂ। ਇਸ ਦਾ ਮਤਲਬ ਹੈ ਕਿ ਜਿਹੜੀ ਤਿੰਨੇ ਸੂਚੀਆਂ ਵਿੱਚ ਕੋਈ ਸ਼ਕਤੀ ਮਤਲਬ ਕੋਈ ਜਿਹੜਾ ਨਹੀਂ ਦਿੱਤਾ ਹੋਇਆ, ਕੋਈ ਜਿਸ 'ਤੇ ਕਾਨੂੰਨ ਬਣਾਉਣਾ ਹੈ, ਅਗਰ ਉਹ ਕਿਸੇ ਵੀ ਸੂਚੀ ਵਿੱਚ ਨਹੀਂ ਹੈ ਤਾਂ ਉਹ ਹੁੰਦੀ ਬਚੀ ਹੋਈ ਸ਼ਕਤੀਆਂ, ਤਾਂ ਉਹ ਵੀ ਫਿਰ ਸੈਂਟਰ ਦੇ ਹੱਥ ਵਿੱਚ ਹੁੰਦੀ ਹੈ। ਸੈਂਟਰਲ ਗੌਰਮੈਂਟ ਉੱਥੇ ਕਾਨੂੰਨ ਬਣਾਉਂਦੀ ਹੈ। ਹੋਰ ਕਿਵੇਂ ਮਜ਼ਬੂਤ ਹੋ ਸਕਦਾ ਸਾਡਾ ਸੈਂਟਰ? ਦੇਖੋ, ਜਦੋਂ ਐਮਰਜੈਂਸੀ ਲੱਗੀ ਹੁੰਦੀ ਹੈ ਆਰਟੀਕਲ 352 ਦੇ ਅਕੋਰਡਿੰਗ ਨੈਸ਼ਨਲ ਐਮਰਜੈਂਸੀ, ਤਾਂ ਉਦੋਂ ਰਾਜਾਂ ਦੀ ਸੂਚੀ ਵਿੱਚ ਜਿਹੜੀ ਰਾਜ ਸਰਕਾਰਾਂ ਨੂੰ ਪਾਵਰ ਹੁੰਦੀ ਹੈ ਕਾਨੂੰਨ ਬਣਾਉਣ ਦੀ, ਉਹ ਸੈਂਟਰ ਗੌਰਮੈਂਟ ਕੋਲ ਆ ਜਾਂਦੀ ਹੈ। ਉਸ ਸਮੇਂ ਦੇ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਸਾਡਾ ਜਿਹੜਾ ਸੰਘਾਤਮਕ ਪ੍ਰਣਾਲੀ ਦੀ ਸਰਕਾਰ ਇਕਾਤਮਕ ਪ੍ਰਣਾਲੀ ਦੀ ਸਰਕਾਰ ਵਿੱਚ ਬਦਲ ਜਾਂਦੀ ਹੈ। ਇਸ ਦਾ ਮਤਲਬ ਇਹ ਹੈ ਕਿ ਭਾਰਤ ਵਿੱਚ ਨਾ ਤਾਂ ਪੂਰੀ ਤਰ੍ਹਾਂ ਜਿਹੜੀ ਹੈ ਇਕਾਤਮਕ ਸਰਕਾਰ ਹੈ, ਔਰ ਨਾ ਹੀ ਪੂਰੀ ਤਰ੍ਹਾਂ ਜਿਹੜੀ ਹੈਗੀ ਹੈ ਸੰਘਾਤਮਕ ਸਰਕਾਰ ਹੈ। ਇਸ ਕਰਕੇ ਇਸ ਨੂੰ ਇੰਗਲਿਸ਼ ਦੇ ਵਿੱਚ ਕੁਐਸੀ ਫੈਡਰਲ ਅਤੇ ਪੰਜਾਬੀ ਦੇ ਵਿੱਚ ਜਿਹੜਾ ਅਰਧ ਸੰਘੀ ਕਿਹਾ ਜਾਂਦਾ ਹੈ। ਇਹ ਵੀ ਧਿਆਨ ਰੱਖਣਾ ਜੀ ਕੁਐਸਚਨ ਦਾ। ਅਗਲਾ ਕੁਐਸਚਨ ਹੈ, ਭਾਰਤੀ ਸੰਘਵਾਦ ਕਿਸ ਦੇਸ਼ ਵਾਂਗ ਹੈ? ਬਿਲਕੁਲ ਕੈਨੇਡਾ ਵਾਂਗ ਹੈ, ਕਿਉਂਕਿ ਕੈਨੇਡਾ ਦੇ ਵਿੱਚ ਵੀ ਜਿਹੜਾ ਸੈਂਟਰ ਨੂੰ ਸਟਰੋਂਗ ਰੱਖਿਆ ਅਤੇ ਇੰਡੀਆ ਦੇ ਵਿੱਚ ਵੀ ਸੈਂਟਰ ਨੂੰ ਸਟਰੋਂਗ ਰੱਖਿਆ। ਉਸ ਤੋਂ ਬਾਅਦ ਭਾਰਤ ਦੇ ਸੰਵਿਧਾਨ ਵਿੱਚ ਸੰਘੀ ਸ਼ਬਦ ਕਿੱਥੇ ਵਰਤਿਆ ਗਿਆ? ਹਾਲਾਂਕਿ ਸੰਘੀ ਸ਼ਬਦ ਤਾਂ ਕਿਤੇ ਵੀ ਨਹੀਂ ਵਰਤਿਆ ਗਿਆ, ਤਾਂ ਇਸ ਦਾ ਆਨਸਰ ਹੈ ਜੀ ਡੀ, ਸੰਵਿਧਾਨ ਦੇ ਵਿੱਚ ਕਿਤੇ ਵੀ ਇਹ ਸ਼ਬਦ ਨਹੀਂ ਵਰਤਿਆ ਗਿਆ। ਵੈਸੇ ਵੀ ਭਾਗ 3 ਤਾਂ ਫੰਡਾਮੈਂਟਲ ਰਾਈਟਸ ਦਾ 368 ਆਰਟੀਕਲ ਜਿਹੜਾ ਹੈਗਾ ਉਹ ਅਮੈਂਡਮੈਂਟ ਦਾ, ਸੰਵਿਧਾਨ ਦੇ ਵਿੱਚ ਸੋਧ ਕਰਨ ਦਾ। ਹੇਠ ਲਿਖਿਆਂ ਵਿੱਚੋਂ ਕਿਹੜੀ ਕੇਂਦਰੀ ਸਰਕਾਰ ਦੀ ਵਿਸ਼ੇਸ਼ਤਾ ਨਹੀਂ ਹੈ? ਦੇਖੋ, ਕੇਂਦਰੀ ਸਰਕਾਰ ਦੀ ਵਿਸ਼ੇਸ਼ਤਾ ਨਹੀਂ ਹੈ। ਦੇਖੋ, ਜੇ ਇੱਕ ਹੀ ਸਰਕਾਰ ਹੈ ਕੇਂਦਰ ਦੀ, ਤਾਂ ਆਫਕੋਰਸ ਰਾਜ ਜਿਹੜੇ ਆ ਉਹਦੇ 'ਤੇ ਨਿਰਭਰ ਕਰਨਗੇ। ਸਿੰਗਲ ਸਰਕਾਰ ਹੁੰਦੀ ਹੈ, ਬਿਲਕੁਲ। ਜੇ ਕੇਂਦਰੀ ਸਰਕਾਰ ਹੀ ਹੈ, ਇਕੱਲੀ ਰਾਜ ਸਰਕਾਰਾਂ ਹੈ ਹੀ ਨਹੀਂ ਜਿੱਥੇ, ਤਾਂ ਉਹਦਾ ਮਤਲਬ ਕੀ ਹੈ? ਸਿੰਗਲ ਸਰਕਾਰ ਹੀ ਹੈ। ਲਚਕਦਾਰ ਸੰਵਿਧਾਨ ਮਤਲਬ ਕਿ ਸੰਵਿਧਾਨ ਦੇ ਵਿੱਚ ਅਮੈਂਡਮੈਂਟ ਕਰਨੀ ਸੌਖੀ ਹੋ ਜਾਂਦੀ ਹੈ। ਬਿਲਕੁਲ, ਜਦੋਂ ਸਰਕਾਰ ਹੀ ਇੱਕ ਤਾਂ ਅਮੈਂਡਮੈਂਟ ਕਰਨੀ ਵੀ ਕੀ ਹੋ ਜਾਏਗੀ? ਸੌਖੀ ਹੋ ਜਾਏਗੀ। ਤਾਂ ਇਸ ਦਾ ਮਤਲਬ ਕੀ ਬਣਦਾ? ਨਿਆਇਕ ਸਮੀਖਿਆ। ਨਿਆਇਕ ਸਮੀਖਿਆ ਦਾ ਮਤਲਬ ਇਹ ਹੁੰਦਾ ਕਿ ਅਗਰ ਸੰਵਿਧਾਨ ਦੇ ਅਨੁਸਾਰ ਕੋਈ ਕਾਨੂੰਨ ਨਹੀਂ ਬਣਿਆ ਤਾਂ ਕੋਰਟ ਜਿਹੜੀ ਹੈਗੀ ਆ ਉਸ ਨੂੰ ਅਨਕੋਂਸਟੀਟਿਊਸ਼ਨਲ ਜਿਹੜਾ ਹੈਗਾ, ਜਾਣੀ ਕਿ ਗੈਰ ਸੰਵਿਧਾਨਿਕ ਘੋਸ਼ਿਤ ਕਰ ਸਕਦੀ ਹੈ। ਇਸ ਕਰਕੇ ਕੇਂਦਰੀ ਸਰਕਾਰ ਦੀ ਵਿਸ਼ੇਸ਼ਤਾ ਕਿਹੜੀ ਨਹੀਂ ਹੈ? ਨਿਆਇਕ ਸਮੀਖਿਆ, ਯਾਨੀ ਕਿ ਨਿਆਇਕ ਪੁਨਰ ਨਿਰੀਖਣ, ਇੰਗਲਿਸ਼ ਬੋਲਦੇ ਜੁਡੀਸ਼ੀਅਲ ਰਿਵਿਊ। ਤਾਂ ਆਹ ਸਾਰੀਆਂ ਜਿਹੜੀਆਂ ਹੈਗੀਆਂ ਉਸ ਕੇਂਦਰ ਸਰਕਾਰ ਦੀ ਵਿਸ਼ੇਸ਼ਤਾ, ਪਰ ਬੀ ਆਨਸਰ ਜਿਹੜਾ ਉਹ ਆਪਣਾ ਆਏਗਾ, ਕਿਉਂਕਿ ਇਹ ਕੇਂਦਰ ਸਰਕਾਰ ਦੀ ਵਿਸ਼ੇਸ਼ਤਾ ਨਹੀਂ ਹੈ। ਅਗਲਾ ਕੁਐਸਚਨ ਹੈ ਕਿ ਭਾਰਤ ਦੇ ਰਾਸ਼ਟਰਪਤੀ ਕੋਲ ਉਹੀ ਸੰਵਿਧਾਨਿਕ ਸ਼ਕਤੀਆਂ ਜੋ ਕਿਸ ਕੋਲੇ ਹੈ? ਬ੍ਰਿਟਿਸ਼ ਤਾਜ ਕੋਲੇ, ਯਾਨੀ ਕਿ ਬ੍ਰਿਟਿਸ਼ ਜਿਹੜਾ ਰਾਜਾ ਜਾਂ ਰਾਣੀ ਹੈ, ਜੋ ਪਾਵਰ ਉਹਦੇ ਕੋਲੇ ਉਹੀ ਭਾਰਤ ਦੇ ਰਾਸ਼ਟਰਪਤੀ ਕੋਲੇ ਹੈ। ਉਸ ਤੋਂ ਅਗਲਾ ਕੁਐਸਚਨ ਹੈ ਜੀ, ਭਾਰਤ ਦੀ ਸੰਵਿਧਾਨ ਸਭਾ ਦੇ ਚੇਅਰਮੈਨ ਕੌਣ ਸਨ? ਬਿਲਕੁਲ, ਡਾਕਟਰ ਰਾਜਿੰਦਰ ਪ੍ਰਸਾਦ ਜੋ ਹੈ ਉਹ ਸੰਵਿਧਾਨ ਸਭਾ ਦੇ ਚੇਅਰਮੈਨ ਸੀ। ਅਗਰ ਪੁੱਛਿਆ ਜਾਵੇ ਕਿ ਆਰਜੀ ਤੌਰ 'ਤੇ ਜਾਂ ਪਹਿਲੇ ਜਿਹੜੇ ਪ੍ਰਧਾਨ ਕੌਣ ਸੀ ਸੰਵਿਧਾਨ ਸਭਾ ਦੇ, ਤਾਂ ਫਿਰ ਆਊਗਾ ਡਾਕਟਰ ਸਚਿਦਾਨੰਦ ਸਿਨਹਾ। ਅਗਲਾ ਕੁਐਸਚਨ ਹੈ ਜੀ, ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ ਕਿਸ ਸੰਵਿਧਾਨ ਤੋਂ ਬਣਾਇਆ ਗਿਆ? ਇਸ ਦਾ ਆਨਸਰ ਹੈ ਜੀ ਇਰਿਸ਼ ਸੰਵਿਧਾਨ। ਇਸ ਨੂੰ ਆਇਰਲੈਂਡ ਦਾ ਸੰਵਿਧਾਨ ਵੀ ਕਹਿ ਦਿੰਦੇ ਆ। ਦੇਖੋ, ਰਾਜਾਂ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤ, ਅਗਰ ਇੱਕ ਕੁਐਸਚਨ ਅਗਰ ਇਸ ਨੂੰ ਔਖਾ ਕਰਨਾ ਹੋਵੇ ਤਾਂ ਨਾਲ ਇਹਦਾ ਸਮਾਂ ਪਾ ਸਕਦੇ ਹਾਂ ਅਸੀਂ 1937। ਅਗਰ ਆਇਰਲੈਂਡ ਦਾ ਵੀ ਸੰਵਿਧਾਨ ਠੀਕ ਹੈ ਦਿੱਤਾ ਹੈ, ਲੇਕਿਨ ਕਿਸ ਸਮੇਂ ਦਾ ਸੰਵਿਧਾਨ? 1937 ਦਾ। ਅਗਰ ਪੁੱਛਿਆ ਜਾਵੇ ਕਿ ਆਇਰਲੈਂਡ ਨੇ ਵੀ ਅਡੋਪਟ ਕੀਤਾ ਸਪੇਨ ਤੋਂ, ਆਇਰਲੈਂਡ ਨੇ ਅਡੋਪਟ ਕੀਤਾ ਸੀ ਸਪੇਨ ਤੋਂ, ਅਤੇ ਸਪੇਨ ਵਾਲਾ ਸਿਸਟਮ ਆਇਰਲੈਂਡ ਦੇ ਸੰਵਿਧਾਨ 'ਚ, ਅਤੇ ਆਇਰਲੈਂਡ ਤੋਂ ਕਰ ਲਿਆ ਕਾਪੀ ਅਸੀਂ। ਅਤੇ ਇਸ ਚੀਜ਼ ਦਾ ਥੋੜ੍ਹਾ ਧਿਆਨ ਰੱਖਣਾ ਕਿ ਮੋਲਡ ਕਰਕੇ ਕੁਐਸਚਨਸ ਪਾ ਦਿੰਦੇ ਆ। 25 ਨੰਬਰ ਕੁਐਸਚਨ, ਹੇਠ ਲਿਖੇ ਵਿੱਚ ਅਸੀਂ ਨਿਆਇਕ ਸਮੀਖਿਆ ਦਾ ਪ੍ਰਬੰਧ ਕਿਸ ਦੇਸ਼ ਤੋਂ ਲਿਆ? ਅਮੈਰੀਕਾ ਤੋਂ, ਕਿਉਂਕਿ ਅਮੈਰੀਕਾ ਦੇ ਵਿੱਚ ਨਿਆਇਕ ਸਮੀਖਿਆ ਦਾ ਜਿਹੜਾ ਪ੍ਰਬੰਧ ਪਾਇਆ ਜਾਂਦਾ ਹੈ, ਯਾਨੀ ਕਿ ਅਗਰ ਕੌਨਸਟੀਟਿਊਸ਼ਨ ਦੇ ਅਗੇਂਸਟ ਕੋਈ ਲਾਅ ਬਣਿਆ ਤਾਂ ਕੋਰਟ ਉਸ ਨੂੰ ਅਨਕੌਨਸਟੀਟਿਊਸ਼ਨਲ ਡਿਕਲੇਅਰ ਕਰ ਦਿੰਦੀ ਹੈ, ਯਾਨੀ ਕਿ ਗੈਰ ਸੰਵਿਧਾਨਿਕ ਕਰ ਦਿੰਦੀ ਹੈ। ਅਤੇ ਇਸ ਦਾ ਅੰਤਰ ਸੀਗਾ ਬੀ, ਅਮਰੀਕਾ। ਅਗਲਾ ਕੁਐਸਚਨ ਹੈ, ਭਾਰਤ ਦੇ ਰਾਸ਼ਟਰਪਤੀ ਦੀ ਮਹਾਦੋਸ਼ ਪ੍ਰਕਿਰਿਆ ਨੂੰ ਕਿਸ ਦੇਸ਼ ਤੋਂ ਅਪਣਾਇਆ ਗਿਆ? ਰਾਸ਼ਟਰਪਤੀ ਦੀ ਮਹਾਦੋਸ਼, ਯਾਨੀ ਕਿ ਰਾਸ਼ਟਰਪਤੀ ਨੂੰ ਉਤਾਰਨਾ ਹੈ, ਉਹਦੀ ਟਰਮ ਜਿਹੜੀ 5 ਸਾਲ ਹੈ ਉਹਦੇ ਪੂਰੇ ਹੋਣ ਤੋਂ ਪਹਿਲਾਂ ਉਤਾਰਨਾ, ਤਾਂ ਇਹ ਜਿਹੜਾ ਸਿਸਟਮ ਅਸੀਂ ਅਮਰੀਕਾ ਤੋਂ ਲਿਆ ਜੀ। ਰਾਸ਼ਟਰਪਤੀ ਦੀ ਮਹਾਦੋਸ਼ ਸਿਰਫ ਇੱਕ ਕਾਰਨ ਕਰਕੇ ਲੱਗਦੀ ਹੈ, ਅਗਰ ਉਹ ਗੈਰ ਸੰਵਿਧਾਨਿਕ ਕੰਮ ਕਰੇ ਤਾਂ। ਅਗਲਾ ਕੁਐਸਚਨ ਹੈ, ਹੁਣ ਇਸ ਨੂੰ ਕੌਣ ਉਤਾਰਦਾ ਹੈ? ਸੰਸਦ ਦੇ ਦੋਨੋਂ ਮੈਂਬਰ ਉਤਾਰਦੇ, ਲੋਕ ਸਭਾ ਦੇ ਵੀ ਅਤੇ ਰਾਜ ਸਭਾ ਦੀ। ਇਹ ਪੂਰਾ ਚੈਪਟਰ ਅਸੀਂ ਪੂਰਾ ਚੈਪਟਰ ਕਰਾਂਗੇ, ਠੀਕ ਹੈ। ਉਸ ਤੋਂ ਬਾਅਦ ਜਿਹੜੇ MCQ ਲਗਾ ਰਹੇ ਅਸੀਂ, ਤਾਂ ਹਜੇ ਰਾਸ਼ਟਰਪਤੀ ਵਾਲਾ ਚੈਪਟਰ ਨਹੀਂ ਕੀਤਾ, ਉੱਥੇ ਤੁਹਾਡੇ ਸਾਰੇ ਡਾਊਟਸ ਕਲੀਅਰ ਹੋਣਗੇ। ਫਿਰ ਉਸ ਤੋਂ ਬਾਅਦ ਅਸੀਂ ਹਰ ਚੈਪਟਰ ਦੇ MCQ ਕਰਦੇ ਜਾਵਾਂਗੇ। ਬਸ ਇਹ ਜ਼ਰੂਰ ਕੀਤਾ ਹੈ ਕਿ ਕਿੱਥੋਂ ਮਹਾਦੋਸ਼ ਵਾਲਾ ਸਿਸਟਮ ਲਿਆ? ਅਮਰੀਕਾ ਤੋਂ। ਅਗਲਾ ਕੁਐਸਚਨ ਹੈ, ਭਾਰਤੀ ਸੰਵਿਧਾਨ ਦੇ ਨਿਰਮਾਤਾ ਦੁਆਰਾ ਅਮਰੀਕਾ ਦੇ ਸੰਵਿਧਾਨ ਵਿੱਚੋਂ ਇਹਨਾਂ ਵਿੱਚੋਂ ਕਿਹੜੀਆਂ ਵਿਸ਼ੇਸ਼ਤਾਵਾਂ ਨੂੰ ਅਪਣਾਇਆ? ਦੇਖੋ, ਨਿਆਇਕ ਸਮੀਖਿਆ ਅਸੀਂ ਅਮਰੀਕਾ ਤੋਂ ਲਈਏ, ਮੌਲਿਕ ਅਧਿਕਾਰ ਅਸੀਂ ਅਮਰੀਕਾ ਤੋਂ ਲਏ, ਸੁਪਰੀਮ ਕੋਰਟ ਦੇ ਜੱਜਾਂ ਨੂੰ ਹਟਾਉਣ ਦਾ ਸਿਸਟਮ ਵੀ ਅਸੀਂ ਅਮਰੀਕਾ ਤੋਂ ਲਿਆ। ਤਾਂ ਇਹਦਾ ਮਤਲਬ ਆਨਸਰ ਕੀ ਆ ਗਿਆ? ਇਹ ਸਾਰੇ, ਡੀ ਆਨਸਰ। ਅਗਲਾ ਕੁਐਸਚਨ ਹੈ ਜੀ, ਅਸੀਂ ਸੰਸਦੀ ਸਰਕਾਰ ਦਾ ਰੂਪ ਕਿੱਥੋਂ ਉਧਾਰ ਲਿਆ? ਸੰਸਦੀ ਸਰਕਾਰ ਦਾ, ਦੇਖੋ ਸਾਨੂੰ ਐਕਸਪੀਰੀਅੰਸ ਹੀ ਬ੍ਰਿਟਿਸ਼ ਗੌਰਮੈਂਟ ਦੇ ਅਕੋਰਡਿੰਗ ਸੀ, ਕਿਉਂਕਿ ਉਹਨਾਂ ਨੇ ਸਾਡੇ 'ਤੇ ਰਾਜ ਕਰਕੇ ਗਏ ਆ, ਤਾਂ ਸਾਨੂੰ ਉਹਦਾ ਹੀ ਜਿਹੜਾ ਸਿਸਟਮ
ज़्यादा ਵਧੀਆ ਤਰੀਕੇ ਨਾਲ ਚਲਾਉਣਾ ਆ ਰਿਹਾ ਸੀ ਉਹਨਾਂ, ਕਿਉਂਕਿ ਅਸੀਂ ਉਹਨਾਂ ਦੇ ਸਿਸਟਮ ਨੂੰ ਪੂਰਾ ਕਲੋਜ਼ਲੀ ਇੰਡੀਆ ਦੇ ਵਿੱਚ ਦੇਖਿਆ ਤਾਂ ਅਸੀਂ ਉਹੀ ਸਿਸਟਮ ਅਪਣਾ ਲਿਆ, ਯਾਨੀ ਕਿ ਸੰਸਦੀ ਸਰਕਾਰ। ਤਾਂ ਕਿੱਥੋਂ ਲਈਏ ਸੰਸਦੀ ਸਰਕਾਰ? ਬ੍ਰਿਟੇਨ ਤੋਂ। ਸੰਸਦੀ ਸਰਕਾਰ ਕਿਹੜੀ ਹੁੰਦੀ ਹੈ? ਜਿੱਥੇ ਕਾਰਜਪਾਲਿਕਾ ਵਿਧਾਨ ਪਾਲਿਕਾ ਦੇ ਸਾਹਮਣੇ ਜ਼ਿੰਮੇਵਾਰ ਹੋਵੇ, ਯਾਨੀ ਕਿ ਇਸ ਨੂੰ ਜ਼ਿੰਮੇਵਾਰ ਸਰਕਾਰ ਵੀ ਕਹਿੰਦੇ ਆ। 29 ਨੰਬਰ ਕੁਐਸਚਨ, ਰਾਜ ਸਭਾ ਦੇ ਮੈਂਬਰਾਂ ਦੀ ਨਾਮਜ਼ਦਗੀ ਦੀ ਪ੍ਰਣਾਲੀ ਕਿਸ ਦੇਸ਼ ਦੇ ਸੰਵਿਧਾਨ ਤੋਂ ਉਧਾਰ ਲਈ ਗਈ ਹੈ? ਰਾਜ ਸਭਾ ਦੇ ਮੈਂਬਰਾਂ ਦੀ ਨਾਮਜ਼ਦਗੀ, ਦੇਖੋ ਰਾਜ ਸਭਾ ਦੇ ਕਿੰਨੇ ਮੈਂਬਰ ਨੋਮੀਨੇਟ ਹੁੰਦੇ ਆ? 12। ਕੌਣ ਕਰਦਾ ਹੈ? ਰਾਸ਼ਟਰਪਤੀ ਨੋਮੀਨੇਟ ਕਰਦਾ ਹੈ। ਇਹ 4 ਫੀਲਡ ਦੇ ਵਿੱਚ ਹੁੰਦੇ ਜਿਨ੍ਹਾਂ ਨੂੰ ਮੁਹਾਰਤ ਹਾਸਲ ਹੁੰਦੀ ਹੈ, ਉਹੀ ਨੋਮੀਨੇਟ ਹੁੰਦੇ ਆ। ਇੱਕ ਹੈ ਸਾਇੰਸ, ਇੱਕ ਹੈ ਲਿਟਰੇਚਰ, ਇੱਕ ਹੈ ਆਪਣੇ ਜੋ ਸਮਾਜ ਸੁਧਾਰਕ ਹੁੰਦੇ ਆ, ਸੋਸ਼ਲ ਸਰਵਿਸ ਵਾਲੇ, ਠੀਕ ਹੈ। ਔਰ ਇੱਕ ਜਿਹੜੇ ਹੈਗੇ ਆਰਟ, ਜਿਵੇਂ ਕਿ ਮੰਨ ਲਓ ਕੋਈ ਐਕਟਰ ਹੋ ਗਿਆ ਜਾਂ ਕੋਈ ਸਿੰਗਰ। ਅਤੇ 4 ਜਿਹੜੀਆਂ ਫੀਲਡਸ ਹੈ ਜਿੱਥੋਂ ਰਾਜ ਸਭਾ ਦੇ ਮੈਂਬਰ ਨੋਮੀਨੇਟ ਕੀਤੇ ਜਾਂਦੇ ਆ। ਤਾਂ ਇਹ ਜਿਹੜਾ ਨੋਮੀਨੇਸ਼ਨ ਵਾਲਾ ਜਿਹੜਾ ਪ੍ਰੋਸੈਸ ਹੈ, ਜਿਹੜਾ ਸਿਸਟਮ ਹੈ, ਅਸੀਂ ਇਹ ਕਿੱਥੋਂ ਲਿਆ? ਇਹ ਅਸੀਂ ਲਿਆ ਆਇਰਲੈਂਡ ਤੋਂ। ਅਤੇ ਇਸ ਦਾ ਆਨਸਰ ਹੈ ਬੀ। ਇੱਕ ਕੁਐਸਚਨ ਹੋਰ ਆਉਂਦਾ ਹੁੰਦਾ ਸੇਮ ਹੀ ਇਸ ਤਰ੍ਹਾਂ ਦਾ ਹੀ ਹੁੰਦਾ ਕਿ ਰਾਜ ਸਭਾ ਦੇ ਮੈਂਬਰਾਂ ਦੀ ਜਿਹੜੀ ਚੋਣ ਵਿਧੀ ਹੈ, ਕਿਉਂਕਿ ਇਹ ਤਾਂ ਨੋਮੀਨੇਟ ਹੁੰਦੇ, ਜਿਹੜੇ ਬਾਕੀ ਦੇ ਉਹ ਤਾਂ ਚੁਣੇ ਜਾਂਦੇ ਆ। ਚੋਣ ਵਿਧੀ ਆ ਉਹ ਕਿਹੜੇ ਦੇਸ਼ ਦੀ ਕਾਪੀ ਕੀਤੀ ਹੈ? ਉਹ ਅਸੀਂ ਕੀਤੀ ਹੈ ਦੱਖਣੀ ਅਫਰੀਕਾ ਦੀ। ਤਾਂ ਇਹ ਦੋਨੋਂ ਕੁਐਸਚਨ ਦੇ ਦੋਨੇ ਆਪਸ਼ਨਾਂ ਜ਼ਰੂਰ ਪਈਆਂ ਹੋਣਗੀਆਂ, ਚਾਹੇ ਇਹਨਾਂ ਦੋਨਾਂ 'ਚ ਕੋਈ ਵੀ ਕੁਐਸਚਨ ਆ ਜਾਏ, ਦੋਨੇ ਆਪਸ਼ਨਾਂ ਜ਼ਰੂਰ ਪਈਆਂ ਹੁੰਦੀਆਂ। ਤਾਂ ਇਸ ਵਿੱਚ ਕਨਫਿਊਜ਼ ਨਾ ਹੋਵੇ, ਥੋੜ੍ਹਾ ਧਿਆਨ ਰੱਖਿਓ ਜੀ। ਲਾਸਟ ਕੁਐਸਚਨ ਆ ਸਾਡਾ ਇੱਦਾਂ ਕਿ ਭਾਰਤੀ ਸੰਵਿਧਾਨ ਦੀ ਸਮਵਰਤੀ ਜਾਂ ਸਮਕਾਲੀ ਸੂਚੀ ਕਿਸ ਤੋਂ ਉਧਾਰ ਲਈ ਹੈ, ਯਾਨੀ ਕਿ ਕਨਕਰੈਂਟ ਲਿਸਟ ਕਿਸ ਤੋਂ ਉਧਾਰ ਲਈ? ਕਿਹੜੇ ਦੇਸ਼ ਤੋਂ? ਆਸਟ੍ਰੇਲੀਆ ਤੋਂ। ਤਾਂ ਜਿਹੜੀ ਕਨਕਰੈਂਟ ਲਿਸਟ ਹੈ, ਜਿਹਦੇ ਵਿੱਚ ਦੋਨੋਂ ਹੀ ਰਾਜ ਸਰਕਾਰਾਂ ਅਤੇ ਸੈਂਟਰ ਸਰਕਾਰ ਕਾਨੂੰਨ ਬਣਾ ਸਕਦੀ ਹੈ, ਉਹ ਅਸੀਂ ਕਿੱਥੋਂ ਲਿਆ? ਆਸਟ੍ਰੇਲੀਆ ਤੋਂ। ਤਾਂ ਇਹ ਸੀਗੇ ਜੀ ਸਾਡੇ 30 ਕੁਐਸਚਨ ਪੋਲਿਟੀ ਦੇ। ਅਸੀਂ ਅੱਜ ਤੁਹਾਡੇ ਸਾਹਮਣੇ ਪਹਿਲੀ ਜਿਹੜੀ ਸੀਰੀਜ਼ ਲੈ ਕੇ ਆਇਆ MCQ ਦੀ। ਅਗਰ ਤੁਹਾਨੂੰ ਵਧੀਆ ਲੱਗੇ ਤਾਂ ਸਾਨੂੰ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ। ਸਾਡੇ WhatsApp ਨੰਬਰ ਹੈ, ਇਹਨਾਂ 'ਤੇ ਜ਼ਰੂਰ ਮੈਸੇਜ ਕਰਕੇ ਦੱਸਣਾ। ਅਗਰ ਵਧੀਆ ਲੱਗਿਆ ਤਾਂ ਅਸੀਂ ਹੋਰ ਵੀ ਜਿਹੜੇ MCQ ਹੈ 1 ਬਾਏ 1 ਕਰਵਾਉਂਦੇ ਜਾਵਾਂਗੇ। ਜਿਵੇਂ ਜਿਵੇਂ ਚੈਪਟਰ ਹੋਈ ਜਾਣਗੇ MCQ ਲਗਾਉਂਦੇ ਜਾਵਾਂਗੇ। ਕੋਸ਼ਿਸ਼ ਕਰਦੇ ਹਾਂ ਕਿ ਇੱਕ ਜਿਹੜੀ ਵੀਡੀਓ ਹੈਗੀ ਆ ਉਹ ਥਿਊਰੀ ਦੇ ਨਾਲ, ਅਤੇ ਇੱਕ ਜਿਹੜੀ ਹੈਗੀ ਹੈ ਉਹ MCQ ਦੇ ਨਾਲ ਤੁਹਾਡੇ ਨਾਲ ਸਾਂਝੀ ਕਰੀਏ। ਪੰਜਾਬੀ ਦੇ ਵਿੱਚ ਸਾਰੇ ਕੁਐਸਚਨਸ ਹੈ, PDF ਸਾਡੇ ਕੋਲ ਤਿਆਰ ਹੈ। ਅਗਰ ਕੋਈ ਸਟੂਡੈਂਟ PDF ਲੈਣਾ ਚਾਹੁੰਦਾ ਤਾਂ ਸਾਨੂੰ WhatsApp ਕਰਕੇ ਜ਼ਰੂਰ ਦੱਸਣ। ਅਗਰ ਕੋਈ ਕਿਸੇ ਤਰੀਕੇ ਦਾ ਕੋਈ ਵੀ ਸੁਝਾਅ ਦੇਣਾ ਚਾਹੁੰਦਾ ਤਾਂ ਉਹ ਜ਼ਰੂਰ ਦੱਸਿਆ ਜਾਵੇ। ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਸੁਝਾਅ ਜੋ ਦਿੱਤੇ ਜਾਣਗੇ ਅਸੀਂ ਉਹਨਾਂ ਨੂੰ ਪੂਰਾ ਕਰ ਸਕੀਏ। ਉਹਨਾਂ ਨੂੰ ਜੋ ਸੁਝਾਅ ਤੁਸੀਂ ਦਿਓਗੇ ਉਹਨਾਂ ਨੂੰ ਅਸੀਂ ਖੁਸ਼ੀ ਖੁਸ਼ੀ ਅਪਣਾਵਾਂਗੇ। ਇੰਨਾ ਹੀ ਕਹਿੰਦਾ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ।